Hello students, welcome to autumn semester 2020. I'll take your course Operating Systems and LTP for the course is 304. That means there will be 3 lectures and 4 practicals in a week. For the first lecture, we will start with Introduction to Operating System. For this lecture, we will cover the initial objectives for the lecture. What is software? Types of software, system software, and application software. So for this particular lecture, we will discuss the basic organization of computer systems and operating system. We'll take an overview of types of software and the needs, types and functions of system software and application software. So the first question is, what is software? ਅਸੀਂ ਸਾਰੇ ਅੱਜ ਦੇ ਟਾਈਮ 'ਚ software use ਕਰ ਰਹੇ ਹਾਂ. ਕੰਪਿਊਟਰ ਜਿਹੜੇ ਵੀ ਟਾਸਕ ਪਰਫਾਰਮ ਕਰਦਾ ਆ that is instructions by user. User ਕੀ ਕਰ ਰਿਹਾ ਆ? ਕੁਝ instructions supply ਕਰ ਰਿਹਾ ਆ ਤੇ ਕੰਪਿਊਟਰ ਕੀ ਕਰਦਾ ਆ? ਉਸ ਟਾਸਕ ਨੂੰ ਪਰਫਾਰਮ ਕਰਦਾ ਆ. instructions ਨੂੰ understand ਕਰਦਾ ਆ as supplied by the user and by using different softwares ਕੰਪਿਊਟਰ ਸਾਡੀ ਟਾਸਕ ਨੂੰ ਪਰਫਾਰਮ ਕਰਦਾ ਆ. ਹੁਣ software basically ਕੀ ਹੈ? Software is a set of programs which perform a well-defined function. Software ਬਹੁਤ ਸਾਰੇ different programs ਨੂੰ combine ਕਰਕੇ ਬਣਾਇਆ ਜਾਂਦਾ ਆ ਜੋ ਸਾਡੇ well-defined function ਨੂੰ perform ਕਰ ਰਿਹਾ ਹੈ. ਮੈਂ well-defined function ਕਿਉਂ ਕਹਿ ਰਹੀ ਹਾਂ? Because ਜਿਹੜਾ software ਹੈ ਉਹ ਕਿਸੇ specific function ਨੂੰ perform ਕਰਦਾ ਆ. Like MS Word. MS Word 'ਚ ਅਸੀਂ ਕੀ ਕਰ ਸਕਦੇ ਹਾਂ? ਡਾਕੂਮੈਂਟ ਕ੍ਰੀਏਟ ਕਰ ਸਕਦੇ ਹਾਂ ਬਟ ਅਸੀਂ ਪ੍ਰੈਜੈਂਟੇਸ਼ਨ MS Word ਨੂੰ ਯੂਜ਼ ਕਰਕੇ ਨਹੀਂ ਬਣਾ ਸਕਦੇ. ਇਸ ਲਈ ਸੌਫਟਵੇਅਰ ਜਿਹੜਾ ਹੈ ਉਹ ਸਪੈਸੀਫਿਕਲੀ ਇੱਕ ਵੈਲ ਡਿਫਾਈਨਡ ਫੰਕਸ਼ਨ ਨੂੰ ਪਰਫਾਰਮ ਕਰਦਾ ਹੈ. ਹੁਣ ਅਸੀਂ ਗੱਲ ਕੀਤੀ ਹੈ ਕਿ ਸੌਫਟਵੇਅਰ ਬੇਸਿਕਲੀ ਕੀ ਹੈ? ਸੈਟ ਆਫ ਪ੍ਰੋਗਰਾਮਸ ਹੈ. ਹੁਣ ਪ੍ਰੋਗਰਾਮ ਬੇਸਿਕਲੀ ਕੀ ਹੁੰਦਾ ਆ? ਪ੍ਰੋਗਰਾਮ ਇਜ਼ ਅ ਸੈਟ ਆਫ ਇੰਸਟਰਕਸ਼ਨ ਆਫ ਅ ਕੰਪਿਊਟਰ ਲੈਂਗੁਏਜ. ਪ੍ਰੋਗਰਾਮ ਕੀ ਹੈ? ਕੁਝ ਇੰਸਟਰਕਸ਼ਨਸ ਨੇ ਜੋ ਅਸੀਂ ਪਾਸ ਕਰ ਰਹੇ ਹਾਂ ਬਾਈ ਯੂਜ਼ਿੰਗ ਸਪੈਸੀਫਿਕ ਕੰਪਿਊਟਰ ਲੈਂਗੁਏਜ. ਉਹ ਲੈਂਗੁਏਜ ਕੋਈ ਵੀ ਕੰਪਿਊਟਰ ਲੈਂਗੁਏਜ ਹੋ ਸਕਦੀ ਹੈ. ਇਟ ਮੇ ਬੀ C, it may be C++, it may be Python, it may be Java, that you can use any language to create a program. ਹੁਣ ਜਿਹੜੀਆਂ ਸੈਟ ਆਫ ਇੰਸਟਰਕਸ਼ਨਸ ਨੇ ਉਹ ਹਮੇਸ਼ਾ ਸੀਕੁਐਂਸ 'ਚ ਲਿਖੀਆਂ ਜਾਂਦੀਆਂ ਨੇ ਟੂ ਸੋਲਵ ਅ ਪਰਟੀਕੂਲਰ ਪ੍ਰੋਬਲਮ. ਲਾਈਕ ਲੈਟਸ ਸੇ ਮੈਂ ਜੇ ਤੁਹਾਨੂੰ ਕਹਾਂ ਕਿ ਤੁਸੀਂ ਇੱਕ ਸਿੰਪਲ ਪ੍ਰੋਗਰਾਮ ਲਿਖਣਾ ਆ ਟੂ ਐਡ 2 ਨੰਬਰਸ. ਠੀਕ ਹੈ, 2 ਨੰਬਰਾਂ ਨੂੰ ਤੁਸੀਂ ਐਡ ਕਰਨਾ ਆ, ਉਹਦਾ ਪ੍ਰੋਗਰਾਮ ਤੁਸੀਂ ਲਿਖੋ ਤੇ ਅਸੀਂ ਕੀ ਕਰ ਰਹੇ ਹਾਂ? ਇੱਕ ਪਰਟੀਕੂਲਰ ਪ੍ਰੋਬਲਮ ਨੂੰ ਸੋਲਵ ਕਰ ਰਹੇ ਹਾਂ ਫॉर ਐਡੀਸ਼ਨ ਆਫ 2 ਨੰਬਰ ਤੇ ਤੁਸੀਂ ਕੀ ਕਰੋਗੇ? ਸੈਟ ਆਫ ਇੰਸਟਰਕਸ਼ਨਸ ਲਿਖੋਗੇ. ਲੈਟਸ ਸੇ ਤੁਸੀਂ C ਪ੍ਰੋਗਰਾਮਿੰਗ ਲੈਂਗੁਏਜਸ ਯੂਜ਼ ਕਰ ਰਹੇ ਹੋ. ਠੀਕ ਹੈ, ਇਸੇ ਲਈ ਪ੍ਰੋਗਰਾਮ ਸੈਟ ਆਫ ਇੰਸਟਰਕਸ਼ਨ ਹੈ ਜੋ ਕਿਸੇ ਵੀ ਕੰਪਿਊਟਰ ਲੈਂਗੁਏਜ ਨੂੰ ਯੂਜ਼ ਕਰਕੇ ਲਿਖਿਆ ਜਾਂਦਾ ਆ ਰਿਟਨ ਇਨ ਅ ਸੀਕੁਐਂਸ. ਠੀਕ ਹੈ, ਤੇ ਜਿਹੜੀ ਸਾਡੀ ਇੰਸਟਰਕਸ਼ਨਸ ਨੇ ਉਹ ਹਮੇਸ਼ਾ ਸੀਕੁਐਂਸ 'ਚ ਹੀ ਐਗਜ਼ੀਕਿਊਟ ਹੁੰਦੀ ਹੈ ਟੂ ਸੋਲਵ ਅ ਪਰਟੀਕੂਲਰ ਪ੍ਰੋਬਲਮ. ਹੁਣ ਅਸੀਂ ਕੀ ਕਰਦੇ ਹਾਂ? ਬਹੁਤ ਸਾਰੇ ਡਿਫਰੈਂਟ ਰਿਲੇਟਡ ਪ੍ਰੋਗਰਾਮਸ ਨੂੰ ਕ੍ਰੀਏਟ ਕਰਕੇ ਇੱਕ ਪਰਟੀਕੂਲਰ ਸੌਫਟਵੇਅਰ ਬਣਾਉਂਦੇ ਹਾਂ. ਮਤਲਬ ਜਿੰਨੇ ਵੀ ਰਿਲੇਟਡ ਪ੍ਰੋਗਰਾਮਸ ਨੇ ਉਹਨਾਂ ਨੂੰ ਮਿਲਾ ਕੇ ਅਸੀਂ ਕੀ ਬਣਾ ਸਕਦੇ ਹਾਂ? ਗਰੁੱਪ ਕਰਕੇ ਅਸੀਂ ਸੌਫਟਵੇਅਰ ਤਿਆਰ ਕਰ ਸਕਦੇ ਹਾਂ. ਜਿਵੇਂ ਕਿ ਕੈਲਕੂਲੇਟਰ. ਹੁਣ ਕੈਲਕੂਲੇਟਰ ਜੇ ਮੈਂ ਕਹਾਂ ਬੇਸਿਕ ਕੈਲਕੂਲੇਟਰ ਹੈ, ਬੇਸਿਕ ਕੈਲਕੂਲੇਟਰ ਸੌਫਟਵੇਅਰ 'ਚ ਕੀ ਹੋ ਸਕਦੇ ਆ? ਬੇਸਿਕ ਅਰਥਮੈਟਿਕ ਆਪਰੇਸ਼ਨਸ ਹੋ ਸਕਦੇ ਆ ਲਾਈਕ ਐਡੀਸ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ ਐਂਡ ਡਿਵੀਜ਼ਨ. ਮੈਂ ਕੀ ਕਰੂੰਗੀ? addition, subtraction, multiplication and division ਦੇ programs ਬਣਾਉਂਗੀ. Then I will club those together to create a basic calculator software. ठीक है, इसे लिए ਅਸੀਂ ਕੀ ਕਰਦੇ ਹਾਂ? different softwares programs ਨੂੰ related programs ਨੂੰ club करके group करके एक software generate कर सकते हैं.
ਹੁਣ ਬੇਸਿਕਲੀ ਸੌਫਟਵੇਅਰ ਦਾ ਕੰਮ ਕੀ ਹੈ? ਆਟੋਮੇਟ ਕਰਨਾ ਕਿਸੇ ਵੀ ਚੀਜ਼ ਨੂੰ। ਸੌਫਟਵੇਅਰ ਕੀ ਕਰ ਰਿਹਾ ਆ? ਆਟੋਮੇਟ ਕਰ ਰਿਹਾ ਹੈ ਚੀਜ਼ਾਂ ਨੂੰ। ਲੈਟਸ ਸੇ ਅਸੀਂ ਇੱਕ ਐਡਮਿਸ਼ਨ ਸੌਫਟਵੇਅਰ ਬਣਾ ਰਹੇ ਹਾਂ, ਠੀਕ ਹੈ। ਐਡਮਿਸ਼ਨ ਸੌਫਟਵੇਅਰ ਕੀ ਕਰੇਗਾ? ਜਿੰਨੇ ਵੀ ਸਾਡੇ ਕਾਲਜ 'ਚ ਐਡਮਿਸ਼ਨਸ ਹੋ ਰਹੇ ਆ ਉਹਨਾਂ ਨੂੰ ਕੀ ਕਰ ਦੇਗਾ? ਆਟੋਮੇਟ ਕਰ ਦੇਗਾ। ਆਟੋਮੇਟ ਮੀਨਸ ਕਿ ਜੋ ਰਜਿਸਟ੍ਰੇਸ਼ਨ ਹੈ ਉਹ ਵੀ ਸਟੂਡੈਂਟ ਆਨਲਾਈਨ ਕਰੇਗਾ, ਫਾਰਮ ਫਿਲਿੰਗ भी ऑनलाइन होएगी, फी पेमेंट भी ऑनलाइन होएगी, सीट अलॉटमेंट भी ऑनलाइन होगी। दैट मीन्स एवरीथिंग विल गो ऑटोमेटेड। ਹੁਣ ਬੇਸਿਕਲੀ ਜਦ ਅਸੀਂ ਸੌਫਟਵੇਅਰ ਦੀ ਗੱਲ ਕਰਦੇ ਹਾਂ, ਸੌਫਟਵੇਅਰ ਲਈ ਹਾਰਡਵੇਅਰ ਬਹੁਤ ਇੰਪੋਰਟੈਂਟ ਹੈ। ਜੇ ਮੇਰੇ ਕੋਲ ਪ੍ਰੋਪਰ ਹਾਰਡਵੇਅਰ ਨਹੀਂ ਹੈ, ਮੈਂ ਸੌਫਟਵੇਅਰ ਨੂੰ ਪਾਰਟਿਕੂਲਰਲੀ ਰਨ ਨਹੀਂ ਕਰ ਪਾਉਂਗੀ। ਇਸੇ ਲਈ ਇਹ ਜ਼ਰੂਰੀ ਬਹੁਤ ਇੰਪੋਰਟੈਂਟ ਹੈ, ਜਿਹੜੀ ਤੁਸੀਂ ਚੀਜ਼ ਯਾਦ ਰੱਖਣੀ ਹੈ, ਹਾਰਡਵੇਅਰ ਐਂਡ ਸੌਫਟਵੇਅਰ both are interdependent, they both are interdependent, ਠੀਕ ਹੈ। ਇੱਕ ਦੂਸਰੇ ਨਾਲ ਮਿਲ ਜੁਲ ਕੇ ਕੰਮ ਕਰਦੇ ਹੈ। ਜੇ ਇੱਕ ਚੀਜ਼ absent ਹੈ, ਠੀਕ ਹੈ, in the absence of hardware you can't use software, in the absence of software you can't use hardware। that means ਦੋਵੇਂ ਚੀਜ਼ਾਂ ਆਪਸ 'ਚ ਕੀ ਨੇ? interdependent ਨੇ। ਕਿਸੇ ਦੀ ਵੀ ਫੰਕਸ਼ਨੈਲਿਟੀ ਦੂਸਰੀ ਦੀ ਐਬਸੈਂਸ 'ਚ ਪਰਫਾਰਮ ਨਹੀਂ ਕੀਤੀ ਜਾ ਸਕਦੀ। ਅਸੀਂ ਕਹਿ ਸਕਦੇ ਹਾਂ ਕਿ ਹਾਰਡਵੇਅਰ ਕੈਨ ਬੀ ਕੰਸੀਡਰਡ ਐਜ਼ ਔਰਗਨਸ ਐਂਡ ਸੌਫਟਵੇਅਰ ਬੇਸਿਕਲੀ ਕੀ ਹੈ? ਜੋ ਲਾਈਫ ਸਾਡੀ ਔਰਗਨਸ ਦੇ ਅੰਦਰ ਮੂਵ ਕਰ ਰਹੀ ਹੈ, that is software। Next है types of software। We have basically two types of software, system software and application software। ਅਸੀਂ ਇਹ ਦੋਵਾਂ ਸੌਫਟਵੇਅਰਸ ਨੂੰ, ਸਿਸਟਮ ਸੌਫਟਵੇਅਰ ਐਂਡ ਐਪਲੀਕੇਸ਼ਨ ਸੌਫਟਵੇਅਰ ਨੂੰ ਡਿਟੇਲ 'ਚ ਡਿਸਕਸ ਕਰਦੇ ਹਾਂ। ਫਰਸਟ ਜਿਹੜਾ ਮੇਰੇ ਕੋਲ ਹੈ that is system software। ਸਿਸਟਮ ਸੌਫਟਵੇਅਰ ਬੇਸਿਕਲੀ ਕੀ ਕਰਦਾ ਆ? ਜਿਹੜੇ ਇੰਟਰਨਲ ਆਪਰੇਸ਼ਨਸ ਹੈ ਕੰਪਿਊਟਰ ਦੇ ਉਹਨਾਂ ਨੂੰ ਕੰਟਰੋਲ ਕਰਦਾ ਆ। ਸਿਸਟਮ ਸੌਫਟਵੇਅਰ ਸਾਡੇ ਯੂਜ਼ਰ ਐਂਡ ਕੰਪਿਊਟਰ ਹਾਰਡਵੇਅਰ ਦੇ ਵਿੱਚ ਐਜ਼ ਅ ਇੰਟਰਫੇਸ ਐਕਟ ਕਰ ਰਿਹਾ ਆ। ਸਿਸਟਮ ਸੌਫਟਵੇਅਰ ਓਵਰਆਲ ਕੰਪਿਊਟਰ ਸਿਸਟਮ ਦੀ ਵਰਕਿੰਗ ਨੂੰ ਮੈਨੇਜ ਕਰਦਾ ਆ, ਠੀਕ ਹੈ। ਸਿਸਟਮ ਸੌਫਟਵੇਅਰ ਬੇਸਿਕਲੀ ਕੀ ਹੈ? ਆਰ ਦ ਸੌਫਟਵੇਅਰ used for controlling the internal operations of the computer। ਇਹਦਾ ਕੰਮ ਹੈ ਸਾਰੀ ਕੰਪਿਊਟਰ ਸਿਸਟਮ ਦੀ ਵਰਕਿੰਗ ਨੂੰ ਪ੍ਰੋਪਰਲੀ ਮੈਨੇਜ ਕਰਨਾ। It checks for the availability of different devices, scans input devices for input and sends output to output devices। ਜਿਵੇਂ ਕਿ ਮੈਂ ਕਿਹਾ ਆ ਕਿ ਸਿਸਟਮ ਸੌਫਟਵੇਅਰ ਇੱਕ ਇੰਟਰਫੇਸ ਦੀ ਤਰ੍ਹਾਂ ਐਕਟ ਕਰ ਰਿਹਾ ਬਿਟਵੀਨ ਯੂਜ਼ਰ ਐਂਡ ਕੰਪਿਊਟਰ ਹਾਰਡਵੇਅਰ। ਇਸੇ ਲਈ ਸਿਸਟਮ ਸੌਫਟਵੇਅਰ ਕੀ ਕਰਦਾ ਆ? ਸਿਸਟਮ ਇਨਪੁਟ ਡਿਵਾਈਸਿਸ ਤੋਂ ਇਨਪੁਟ ਨੂੰ ਸਕੈਨ ਕਰਦਾ ਆ, ਚੈੱਕ ਕਰਦਾ ਹੈ ਕਿ ਜਿਹੜੇ ਡਿਫਰੈਂਟ ਡਿਵਾਈਸਿਸ ਸਾਨੂੰ ਚਾਹੀਦੇ ਆ ਆਊਟਪੁੱਟ ਜਨਰੇਟ ਕਰਨ ਲਈ ਉਹ ਅਵੇਲੇਬਲ ਨੇ, ਐਂਡ ਦੈਨ ਆਊਟਪੁੱਟ ਜਨਰੇਟ ਕਰਕੇ ਆਊਟਪੁੱਟ ਡਿਵਾਈਸਿਸ ਨੂੰ ਸੈਂਡ ਕਰਦਾ ਆ। ਜਿਹੜਾ ਸਿਸਟਮ ਸੌਫਟਵੇਅਰ ਹੈ ਇਟ ਆਲਸੋ ਕੀਪਸ ਟਰੈਕ ਆਫ ਯੂਟਿਲਾਈਜੇਸ਼ਨ ਆਫ ਮੈਮਰੀ, ਕਿ ਜਿਹੜੀ ਮੈਮਰੀ ਡਿਫਰੈਂਟ ਐਪਲੀਕੇਸ਼ਨਸ ਯੂਜ਼ ਕਰ ਰਹੀਆਂ ਨੇ ਉਹਨਾਂ ਦਾ ਵੀ ਪ੍ਰੋਪਰ ਟਰੈਕ ਕਰਦਾ ਆ, ਮੈਮਰੀ ਮੈਨੇਜਮੈਂਟ 'ਚ ਵੀ ਹੈਲਪ ਕਰਦਾ ਆ, ਠੀਕ ਹੈ। ਐਂਡ ਜਿਹੜੀ ਇੰਸਟਰਕਸ਼ਨਸ, ਹੁਣ ਸਾਨੂੰ ਪਤਾ ਹੈ ਕਿ ਜਿਹੜਾ ਯੂਜ਼ਰ ਹੈ ਉਹ ਕੀ ਪਾਸ ਕਰ ਰਿਹਾ ਆ? ਇੰਸਟਰਕਸ਼ਨਸ ਪਾਸ ਕਰ ਰਿਹਾ ਆ, ਫਾਈਨ। ਹੁਣ ਜਿਹੜੀ ਇੰਸਟਰਕਸ਼ਨ ਹੈ ਉਹ ਜਦ ਯੂਜ਼ਰ ਪਾਸ ਕਰਦਾ ਆ ਉਹ ਯੂਜ਼ਰ ਅੰਡਰਸਟੈਂਡੇਬਲ ਲੈਂਗੁਏਜ 'ਚ ਹੁੰਦੀ ਹੈ। ਲੈਟਸ ਸੇ ਮੈਂ ਕੋਡਿੰਗ ਕਰ ਰਹੀ ਹਾਂ, ਮੈਂ ਇੰਗਲਿਸ਼ 'ਚ ਕੋਡਿੰਗ ਕਰ ਰਹੀ ਹਾਂ, ਬਟ ਜਿਹੜੀ ਇੰਗਲਿਸ਼ ਐਜ਼ ਅ ਲੈਂਗੁਏਜ ਹੈ ਉਹ ਕੰਪਿਊਟਰ ਅੰਡਰਸਟੈਂਡ ਨਹੀਂ ਕਰਦਾ। ਇਸੇ ਲਈ ਸਿਸਟਮ ਸੌਫਟਵੇਅਰ ਕੀ ਕਰਦਾ ਆ? ਉਸ ਇੰਸਟਰਕਸ਼ਨਸ ਨੂੰ ਕੰਪਿਊਟਰ ਅੰਡਰਸਟੈਂਡੇਬਲ ਲੈਂਗੁਏਜ 'ਚ ਵੀ ਕਨਵਰਟ ਕਰਦਾ ਆ। ਨੈਕਸਟ ਵੀ ਹੈਵ टाइप्स ऑफ सिस्टम सॉफ्टवेयर। ਹੁਣ ਸਾਡੇ ਕੋਲ 4 टाइप ਦੇ सिस्टम सॉफ्टवेयर्स ने जो मेनली ऑपरेटिंग सिस्टम, एप्लीकेशन लैंग्वेज प्रोसेसर, डिवाइस ड्राइवर एंड यूटिलिटी प्रोग्राम्स ने। सब तो पहला ਅਸੀਂ ऑपरेटिंग सिस्टम बारे ਗੱਲ ਕਰਾਂਗੇ। ਹੁਣ ऑपरेटिंग सिस्टम बेसिकली ਕੀ ਹੈ? ਇਹ ਇੱਕ ਤਰ੍ਹਾਂ ਦਾ ਸੌਫਟਵੇਅਰ ਹੈ ਜਾਂ ਅਸੀਂ ਕਹਿ ਸਕਦੇ ਹਾਂ ਮਾਸਟਰ ਪ੍ਰੋਗਰਾਮ ਹੈ ਜੋ ਕੰਪਿਊਟਰ ਦੀ ਇੰਟਾਇਰ ਆਪਰੇਸ਼ਨ ਜਾਂ ਵਰਕਿੰਗ ਨੂੰ ਕੰਟਰੋਲ ਕਰਦਾ ਹੈ। Operating system is a set of master programs which is designed to control entire operation of the computer।
ਸਿਸਟਮ ਸੌਫਟਵੇਅਰ ਕੀ ਕਰ ਰਿਹਾ ਆ, ਕੰਪਿਊਟਰ ਦੀ ਸਾਰੀ ਵਰਕਿੰਗ ਨੂੰ ਕੰਟਰੋਲ ਕਰ ਰਿਹਾ ਹੈਗਾ ਆ। ਕਿ ਜਦ ਵੀ ਸਿਸਟਮ ਸੌਫਟਵੇਅਰ ਕੀ ਕਰਦਾ ਹੈ, ਕੋਈ ਵੀ ਸੌਫਟਵੇਅਰ ਜਿਹੜਾ ਵੀ ਜਿਹਦੀ ਲੋੜ ਹੈਗੀ ਹੈ ਉਸ ਸੌਫਟਵੇਅਰ ਨੂੰ ਅਵੇਲੇਬਲ ਕਰਵਾਉਂਦਾ ਆ। ਇਟਸ ਲਾਈਕ ਕਿ ਜਿੱਦਾਂ ਅਸੀਂ ਗੱਲ ਕਰਦੇ ਹਾਂ ਕਿ ਟ੍ਰੇਨ ਰਨ ਕਰਦੀ ਹੈ, ਟ੍ਰੇਨ ਕਿੱਥੇ ਰਨ ਕਰ ਰਹੀ ਹੈ, ਕਿਸੇ ਟਰੈਕ ਤੇ ਰਨ ਕਰਦੀ ਹੈ। ਜੇ ਟਰੈਕ ਪ੍ਰੋਪਰ ਬਿਲਡ ਨਹੀਂ ਹੋਏਗਾ ਤਾਂ ਟ੍ਰੇਨ ਰਨ ਨਹੀਂ ਕਰ ਸਕੇਗੀ। ਉਸੇ ਤਰ੍ਹਾਂ ਜਿਹੜਾ ਆਪਰੇਟਿੰਗ ਸਿਸਟਮ ਹੈ ਉਹ ਸਾਰੇ ਆਪਰੇਸ਼ਨ ਨੂੰ ਕੰਪਿਊਟਰ ਦੇ ਆਪਰੇਸ਼ਨਸ ਨੂੰ ਕੰਟਰੋਲ ਕਰ ਰਿਹਾ ਹੈ। ਜਿਸ ਤਰ੍ਹਾਂ ਇੱਕ ਸਟਰੋਂਗ ਲਿੰਕ ਹੈ ਬਿਟਵੀਨ ਅਰਥ ਐਂਡ ਟ੍ਰੇਨ, ਠੀਕ ਹੈ। ਸੇਮ ਉਸੇ ਤਰ੍ਹਾਂ ਜਿਹੜਾ ਆਪਰੇਟਿੰਗ ਸਿਸਟਮ ਹੈ ਉਹ ਹਾਰਡਵੇਅਰ ਐਂਡ ਯੂਜ਼ਰ ਦੇ ਵਿੱਚ ਇੱਕ ਸਟਰੋਂਗ ਲਿੰਕ ਪ੍ਰੋਵਾਈਡ ਕਰਵਾਉਂਦਾ ਹੈ, ਠੀਕ ਹੈ। ਜਦ ਵੀ ਅਸੀਂ ਕੋਈ ਐਪਲੀਕੇਸ਼ਨ ਸੌਫਟਵੇਅਰ ਯੂਜ਼ ਕਰਨਾ ਹੈ, ਐਪਲੀਕੇਸ਼ਨ ਸੌਫਟਵੇਅਰ ਨੂੰ ਯੂਜ਼ ਕਰਨ ਤੋਂ ਪਹਿਲਾਂ ਸਾਡੇ ਕੋਲ ਕੀ ਹੋਣਾ ਚਾਹੀਦਾ ਹੈ, ਆਪਰੇਟਿੰਗ ਸਿਸਟਮ ਹੋਣਾ ਚਾਹੀਦਾ ਆ। ਜੇ ਮੇਰੇ ਸਿਸਟਮ 'ਚ ਆਪਰੇਟਿੰਗ ਸਿਸਟਮ ਇੰਸਟਾਲ ਹੈ, ਇਟ ਕੈਨ ਬੀ ਐਨੀ ਆਪਰੇਟਿੰਗ ਸਿਸਟਮ, ਫਿਰ ਮੈਂ ਕਿਸੇ ਵੀ ਐਪਲੀਕੇਸ਼ਨ ਸੌਫਟਵੇਅਰ ਨੂੰ ਇੰਸਟਾਲ ਕਰ ਸਕਦੀ ਹਾਂ ਜਾਂ ਕਿਸੇ ਵੀ ਜਰਨਲ ਪਰਪਸ ਸੌਫਟਵੇਅਰ ਨੂੰ ਇੰਸਟਾਲ ਕਰ ਸਕਦੀ ਹਾਂ, ਠੀਕ ਹੈ। ਹੁਣ ਆਪਰੇਟਿੰਗ ਸਿਸਟਮ ਜਿਹੜਾ ਆ ਉਹ ਇਹ ਡਿਸਾਈਡ ਕਰਦਾ ਆ when and how to process a given data, ਕਿ ਕੋਈ ਵੀ ਜਿਹੜਾ ਡੇਟਾ ਆ ਉਹਨੂੰ ਕਿਸ ਟਾਈਮ ਤੇ ਪ੍ਰੋਸੈਸ ਕਰਨਾ ਆ, ਕਿਸ ਤਰ੍ਹਾਂ ਪ੍ਰੋਸੈਸ ਕਰਨਾ ਆ, ਯੂਜ਼ਰ ਨੂੰ ਡੇਟਾ ਕਿਸ ਤਰ੍ਹਾਂ ਸਪਲਾਈ ਕਰਨਾ ਆ। ਇਹ ਸਾਰੇ ਜਿਹੜੇ ਆਪਰੇਸ਼ਨਸ ਨੇ ਆਪਰੇਟਿੰਗ ਸਿਸਟਮ ਪਰਫਾਰਮ ਕਰਦਾ ਆ। ਹੁਣ ਆਪਰੇਟਿੰਗ ਸਿਸਟਮ ਬਹੁਤ ਸਾਰੇ ਆਪਰੇਟਿੰਗ ਸਿਸਟਮਸ ਨੇ। ਇਟ ਕੈਨ ਬੀ ਵਿੰਡੋਜ਼, it can be Linux, it can be Mac, it can be iOS, Ubuntu, Android। ਤੁਸੀਂ ਕੋਈ ਵੀ ਆਪਰੇਟਿੰਗ ਸਿਸਟਮ ਯੂਜ਼ ਕਰਕੇ ਆਪਣੇ ਐਪਲੀਕੇਸ਼ਨ ਸੌਫਟਵੇਅਰਸ ਨੂੰ ਰਨ ਕਰ ਸਕਦੇ ਹੋ। ਨੈਕਸਟ ਇਜ਼ ਲੈਂਗੁਏਜ ਪ੍ਰੋਸੈਸਰ। ਹੁਣ ਲੈਂਗੁਏਜ ਪ੍ਰੋਸੈਸਰ ਬੇਸਿਕਲੀ ਕੀ ਹੈ? ਲੈਂਗੁਏਜ ਪ੍ਰੋਸੈਸਰ ਬੇਸਿਕਲੀ ਇੱਕ ਕਲਾਸ ਹੈ ਸਿਸਟਮ ਸੌਫਟਵੇਅਰ ਦੀ ਜਿਹਨੂੰ ਅਸੀਂ ਯੂਜ਼ ਕਰ ਰਹੇ ਹਾਂ programs ਨੂੰ convert ਕਰਨ 'ਚ into a binary language. Language processors are the class of system software that are used to convert programs written in programming languages into their equivalent binary forms. ਹੁਣ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਆ ਕਿ programs ਜਿਹੜੇ ਨੇ ਉਹਨਾਂ ਨੂੰ ਅਸੀਂ human understandable language 'ਚ ਲਿਖਦੇ ਆ, ਬਟ ਜਿਹੜਾ ਕੰਪਿਊਟਰ ਹੈ ਉਹ ਮਸ਼ੀਨ ਕੋਡ ਅੰਡਰਸਟੈਂਡ ਕਰਦਾ ਆ, ਉਹ ਮਸ਼ੀਨ ਲੈਂਗੁਏਜ ਅੰਡਰਸਟੈਂਡ ਕਰਦਾ ਆ। ਲੈਂਗੁਏਜ ਪ੍ਰੋਸੈਸਰ ਦਾ ਕੰਮ ਹੈ ਕਿ ਜੋ ਪ੍ਰੋਗਰਾਮ ਅਸੀਂ ਹਿਊਮਨ ਅੰਡਰਸਟੈਂਡੇਬਲ ਲੈਂਗੁਏਜ 'ਚ ਲਿਖਿਆ ਆ, ਕਿਸੇ ਪ੍ਰੋਗਰਾਮਿੰਗ ਲੈਂਗੁਏਜ 'ਚ ਲਿਖਿਆ ਆ, ਉਹਨੂੰ ਮਸ਼ੀਨ ਕੋਡ 'ਚ ਕਨਵਰਟ ਕਰੇ, ਬਾਈਨਰੀ ਫਾਰਮ 'ਚ ਕਨਵਰਟ ਕਰੇ, ਤਾਂ ਕਿ ਜੋ ਕੰਪਿਊਟਰ ਹੈ ਉਹ ਅੰਡਰਸਟੈਂਡ ਕਰ ਸਕੇ ਸਾਡੇ ਪ੍ਰੋਗਰਾਮ ਨੂੰ ਐਂਡ ਸਾਨੂੰ ਆਊਟਪੁੱਟ ਜਨਰੇਟ ਕਰਕੇ ਦੇ ਸਕੇ। ਇਟਸ ਲਾਈਕ ਕਿ ਜਿੱਦਾਂ ਅਸੀਂ ਦੋ ਹਿਊਮਨ ਬੀਇੰਗਸ ਹਾਂ, ਅਸੀਂ ਆਪਸ 'ਚ ਗੱਲ ਕਰ ਰਹੇ ਹਾਂ। ਸਪੋਜ਼ ਮੈਨੂੰ ਪੰਜਾਬੀ ਆਉਂਦੀ ਹੈ ਐਂਡ ਤੁਹਾਨੂੰ ਤਮਿਲ ਆਉਂਦੀ ਹੈ। ਜੇ ਮੈਂ ਪੰਜਾਬੀ 'ਚ I'll keep on talking, ਮੈਂ ਪੰਜਾਬੀ 'ਚ ਬੋਲੀ ਜਾਊਂਗੀ, ਤੁਸੀਂ ਮੇਰੀ ਲੈਂਗੁਏਜ ਅੰਡਰਸਟੈਂਡ ਨਹੀਂ ਕਰ ਪਾਓਗੇ ਬਿਕੋਜ਼ ਤੁਸੀਂ ਕੀ ਅੰਡਰਸਟੈਂਡ ਕਰਦੇ ਹੋ, ਤੁਸੀਂ ਤਮਿਲ ਅੰਡਰਸਟੈਂਡ ਕਰਦੇ ਹੋ। ਫਿਰ ਇਸ ਸਿਚੁਏਸ਼ਨ 'ਚ ਸਾਨੂੰ ਕੀ ਚਾਹੀਦਾ ਆ? ਇੱਕ ਟਰਾਂਸਲੇਟਰ ਚਾਹੀਦਾ ਆ ਜੋ ਦੋਵੇਂ ਲੈਂਗੁਏਜਸ ਨੂੰ ਅੰਡਰਸਟੈਂਡ ਕਰੇ, ਪੰਜਾਬੀ ਨੂੰ ਵੀ ਅੰਡਰਸਟੈਂਡ ਕਰੇ, ਤਮਿਲ ਨੂੰ ਵੀ ਅੰਡਰਸਟੈਂਡ ਕਰੇ। ਜੋ ਮੈਂ ਪੰਜਾਬੀ 'ਚ ਬੋਲ ਰਹੀ ਹਾਂ ਤੁਹਾਨੂੰ ਤਮਿਲ 'ਚ ਕਨਵਰਟ ਕਰਕੇ ਦੱਸੇ ਐਂਡ ਜੋ ਤੁਸੀਂ ਤਮਿਲ 'ਚ ਬੋਲੋਗੇ ਉਹ ਮੈਨੂੰ ਪੰਜਾਬੀ 'ਚ ਕਨਵਰਟ ਕਰਕੇ ਦੱਸੇ। ਸੋ ਦਿਸ ਇਜ਼ a job of language processor ਜੋ ਕੀ ਕਰਦਾ ਆ, different programming languages ਨੂੰ understand ਕਰਦਾ ਆ and ਉਹਨੂੰ machine code ਜਾਂ computer understandable language binary form 'ਚ convert ਕਰਦਾ ਹੈ। language processor ਦੇ ਸਾਡੇ ਕੋਲ 3 types ਹੁੰਦੇ ਆ, compiler, interpreter and assembler। ਇਹ ਅਸੀਂ ਬਾਅਦ ਵਾਲੇ lectures 'ਚ detail 'ਚ discuss ਕਰਾਂਗੇ। next is device driver। ਹੁਣ device driver ਕੀ ਹੈ? device driver ਇੱਕ program ਹੈ ਜੋ as a interface act ਕਰ ਰਿਹਾ ਹੈ between the device and the operating system। ਜੇ ਮੇਰੇ ਕੋਲ device drivers ਨਹੀਂ ਹੈ ਫਿਰ ਜਿਹੜਾ operating system ਹੈ ਉਹ ਮੇਰੀ ਗੱਲ ਨੂੰ understand ਨਹੀਂ ਕਰ ਪਾਏਗਾ। whatever input I will give, operating system is not able to understand that। ਇਸੇ ਲਈ ਇਹਦੇ ਲਈ ਸਾਨੂੰ ਕਿਹਦੀ ਲੋੜ ਹੁੰਦੀ ਹੈ? ਡਿਵਾਈਸ ਡਰਾਈਵਰ ਦੀ ਲੋੜ ਹੁੰਦੀ ਹੈ।
डिवाइस ड्राइवर बेसिकली स्पेशल सॉफ्टवेयर ਹੁੰਦਾ ਆ ਜੋ ਕੀ ਕਰ ਰਿਹਾ ਆ ਡਿਵਾइस ਐਂਡ ਆਪਰੇਟਿੰਗ ਸਿਸਟਮ ਦੇ ਵਿੱਚ ਇੱਕ ਇੰਟਰਫੇਸ ਜਾਂ ਫਿਰ ਲਿੰਕ ਪ੍ਰੋਵਾਈਡ ਕਰਵਾਉਂਦਾ ਆ ਲੈਟਸ ਸੇ मैं म्यूजिक प्ले करना चाहती है मेरे कोल की है कुछ गाने पे हुए हैं कुछ सॉन्ग्स पे हुए हैं बट मेरे कोल ड्राइवर नहीं हैगा फिर की होएगा जब मैं कमांड दूंगी ऑपरेटिंग सिस्टम इस चीज को अंडरस्टैंड नहीं करेगा बट with device driver or with driver Mr. Driver will understand sing a song and operating system will play that particular song for you. So that is the purpose of device driver. Next is utility programs. ਹੁਣ utility programs basically ਕੀ ਹੁੰਦੇ ਹੈ ਜੋ basically ਸਾਡੀ ਕੰਪਿਊਟਰ ਦੀ ਪ੍ਰੋਪਰ ਫੰਕਸ਼ਨਿੰਗ ਨੂੰ ਇਨਸ਼ੋਰ ਕਰਦੇ ਹੈ ਕਿ ਜਿਹੜੇ ਸਾਡਾ ਕੰਪਿਊਟਰ ਹੈ ਉਹ ਪ੍ਰੋਪਰਲੀ ਵਰਕ ਕਰ ਰਿਹਾ ਹੈ ਕਿ ਨਹੀਂ ਯੂਟਿਲਿਟੀ ਪ੍ਰੋਗਰਾਮ ਦੇ ਅੰਦਰ ਸਪੈਸ਼ਲ ਯੂਟਿਲਿਟੀ ਪ੍ਰੋਗਰਾਮਸ ਆ ਜਾਂਦੇ ਹੈ ਜਿੱਦਾਂ ਕਿ ਡਿਸਕ ਕੰਪਰੈਸ਼ਨ डिस्क फ्रैगमेंटर बैकअप यूटिलिटीज जे असी किसी फाइल का बैकअप लेना है अनवांटेड फाइल्स नूं असी रिमूव करना चाहते हैं डिस्क क्लीनर एंटीवायरस ये सारे साडे कोल स्पेशल यूटिलिटी प्रोग्राम्स हुंदे है जो प्रॉपर फंक्शनिंग करते हैं ये बेसिकली हाउस कीपिंग जॉब करते हैं मतलब कंप्यूटर नूं साफ सुथरा किस तरह रखना हैगा या ओदी प्रॉपर फंक्शनिंग किस तरह करनी है अनवांटेड फाइल्स नूं रिमूव किस तरह करना है किसी अनवांटेड वायरस नूं अपने कंप्यूटर च एंटर नहीं करन देना ये सारा काम बेसिकली यूटिलिटी प्रोग्राम्स दा हुंदा है नेक्स्ट इज application software. Application software are the software that are designed to satisfy a particular need of a particular environment. Basically ਜਿਹੜਾ application software ਹੈ ਉਹ ਕਿਸੇ particular environment ਲਈ ਅਸੀਂ ਬਣਾਉਂਦੇ ਹਾਂ ਜਦ ਮੈਂ ਕਹਿ ਰਹੀ ਹਾਂ environment ਲਈ ਬਣਾਉਂਦੇ ਹਾਂ that means these softwares are special purpose software मतलब ਇਹ ਕਿਸੇ पर्टिकुलर यूजर की प्रॉब्लम नू सॉल्व करने लिए बनाया जा रहा है एप्लीकेशन सॉफ्टवेयर जब असी क्रिएट करते हैं प्रोग्रामर्स हाई लेवल प्रोग्रामिंग लैंग्वेजेस यूज करते हैं वो एनालाइज करते हैं प्रॉब्लम नू इन्वायरमेंट नू रिक्वायरमेंट किस तरह की है एंड अकॉर्डिंग टू यूजर रिक्वायरमेंट वो सॉफ्टवेयर नू डिजाइन करते हैं हुण जिहड़ा एप्लीकेशन सॉफ्टवेयर है दैट विल बी different in terms of degree of sophistication, extent of coverage and complexity for two different environments. Let's say मैं एक stock management software बना रही हूँ मेरे को दो companies की requirement आई है company A and company B. ਹੁਣ according to both companies requirement हो सकता है मेरा ਜਿਹੜਾ software maintenance ਦਾ software है वो अलग बने इसलिए ਅਸੀਂ कह रहे हैं कि ਇਹਦੀ degree of sophistication, extent of coverage, complexity दो different environments ਤੇ depend करेगी. Basically ਜਿਹੜਾ application software है that are designed to satisfy a particular need of a particular environment. Next is types of application software. We have two types of application softwares. First is software package, other is personal software. ਜਿਹੜੇ software packages ਹੁੰਦੇ ਹੈ that is a software designed to fulfill the requirement of a specific user by providing additional necessary information for the purpose of controlling the operation of the पैकेज कि ये बेसिकली ਜਿਹੜੇ सॉफ्टवेयर पैकेजेस ने ਇਹ स्पेसिफिक यूजर ਲਈ ਬਣਾਏ ਜਾਂਦੇ ਹੈ बेस्ड अपॉन नेसेसरी ਜਿਹੜੀ एडिशनल इन्फॉर्मेशन ਸਾਨੂੰ ਮਿਲ ਰਹੀ ਹੈਗੀ ਹੈ ठीक है स्पेसिफिक ਜਿਹੜੇ सॉफ्टवेयर्स ने that can be like it can be word processor it can be MS Word it can be MS Excel it can be spreadsheet it can be image editor personal software ਕਿਹੜੇ ਹੁੰਦੇ ਹੈ पर्सनल सॉफ्टवेयर ने जिहड़े सॉफ्टवेयर असी डिजाइन करते हैं टू फुलफिल द रिक्वायरमेंट ऑफ अ सिंगल यूजर एक सिंगल यूजर लिए असी जिहड़े सॉफ्टवेयर डिजाइन कर रहे हैं दैट इज पर्सनल सॉफ्टवेयर किहड़े हो सकते हैं लेट्स से रिजर्वेशन सिस्टम अटेंडेंस सिस्टम बिलिंग सिस्टम पे अकाउंट्स पेरोल इन्वेंटरी मैनेजमेंट
These software can be personal software. ਜਿਹੜੇ software packages ਨੇ ਇਹਨਾਂ ਨੂੰ ਅਸੀਂ journal purpose softwares ਵੀ ਕਹਿ ਸਕਦੇ ਹਾਂ. So this is introduction to software कि basically software ਹੁੰਦੇ ਕੀ ਹੈ, system software ਕੀ ਹੈ, application software ਕੀ ਹੈ, ਉਹਨਾਂ ਨੂੰ ਅਸੀਂ ਕੰਪਿਊਟਰ ਦੇ ਨਾਲ use ਕਿਸ ਤਰ੍ਹਾਂ ਕਰ ਰਹੇ ਹਾਂ. In the next class we'll discuss what is operating system in detail with functions of operating system. Thank you so much class. Thank you for listening. Thank you.